वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਲੜੀਵਾਰ ਇਤਿਹਾਸ ਵਾਚ ਰਹੇ ਹਾਂ। ਸਿੱਖ ਰਾਜ ਕਿਵੇਂ ਗਿਆ, ਇਹ ਇਤਿਹਾਸ ਆਪ ਜੀ ਪਿਛਲੇ ਦਿਨਾਂ ਤੋਂ ਲੜੀਵਾਰ ਸਰਵਣ ਕਰ ਰਹੇ ਹੋ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਜੋ ਰਾਜ ਹੈ ਉਹਦੇ ਬਾਰੇ ਆਪਾਂ ਵਿਸ਼ੇਸ਼ ਤੌਰ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ। ਕਿਵੇਂ ਦਾ ਰਾਜ ਸੀ, ਕਿਵੇਂ ਦਾ ਰਾਜ ਪ੍ਰਬੰਧ ਸੀ, ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਜਿਹੜੀਆਂ ਮਿਸਲਾਂ ਸਨ ਉਹਨਾਂ ਨੂੰ ਆਪਣੇ ਅਧੀਨ ਕੀਤਾ। ਉਹ ਸਾਰਾ ਜੋ ਇਤਿਹਾਸ ਹੈ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਜੋ ਹੈ ਆਪਣੇ ਰਾਜ ਪ੍ਰਬੰਧ ਦੇ ਅੰਦਰ ਸਤਲੁਜ, ਕਸੂਰ ਆਦਿਕ ਜਿੰਨੇ ਵੀ ਇਲਾਕੇ ਨੇ, ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਨਹੀਂ ਗਿਆ, ਕਿਉਂਕਿ ਇੱਧਰ ਅੰਗਰੇਜ਼ਾਂ ਦਾ ਰਾਜ ਸੀ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਕਾਬਲ 'ਚ ਅਫਗਾਨਿਸਤਾਨ ਵਿੱਚ ਵੜਨ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਜਾ ਸਕਦਾ ਸੀ, ਤਾਕਤ ਇੰਨੀ ਸੀ, ਪਰ ਨਹੀਂ। ਇੱਧਰ ਕਦੀ ਵੀ ਤਿੱਬਤ ਤੋਂ ਅੱਗੇ ਮਹਾਰਾਜੇ ਨੇ ਆਪਣਾ ਰਾਜ ਨਹੀਂ ਵਧਾਇਆ, ਕਿਉਂਕਿ ਉਹ ਜਾਣ-ਬੁੱਝ ਕੇ ਚੀਨੀਆਂ ਦੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇੱਕ ਚੰਗਾ ਅਤੇ ਸ਼ਾਂਤਮਈ ਜੋ ਰਾਜ ਸੀ, ਉਹ ਨਿਆਂ ਪਸੰਦ ਰਾਜ ਕਰਨਾ ਚਾਹੁੰਦਾ ਸੀ। ਤੇ ਆਪ ਜੀ ਨੇ ਇਹ ਵੀ ਗੱਲ ਸਰਵਣ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਆਪਣੇ ਦੁਸ਼ਮਣ ਨੂੰ ਕਿਸੇ ਕੈਦ ਵਿੱਚ ਨਹੀਂ ਸੀ ਪਾਉਂਦਾ। ਉਹ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਸਲੂਕ ਕਰਦਾ ਸੀ, ਜਗੀਰਾਂ ਦਿੰਦਾ ਸੀ, ਜ਼ਮੀਨ ਦਿੰਦਾ ਸੀ, ਤਾਂ ਕਿ ਜੋ ਅਗਲਾ ਹੈ ਜਿਹਦੀ ਜ਼ਮੀਨ ਜਾਇਦਾਦ ਜਾਂ ਜਿਹਦਾ ਇਲਾਕਾ ਆਪਣੇ ਹਕੂਮਤ ਦੇ ਵਿੱਚ ਮਿਲਾ ਲਿਆ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਹੈ ਉਹ ਕਸ਼ਟ ਨਾ ਸਹਿਣਾ ਪਵੇ। ਇਹ ਮਹਾਰਾਜੇ ਰਣਜੀਤ ਸਿੰਘ ਦੀ ਦਰਿਆਦਿਲੀ ਹੁੰਦੀ ਸੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਭਾਵੇਂ ਆਪ ਨਹੀਂ ਸੀ ਪੜ੍ਹਿਆ, ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਮਨ ਦਾ ਇੱਕ ਵਲਵਲਾ ਸੀ ਕਿ ਉਹਦੇ ਰਾਜ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਹੈ ਉਹ ਅਨਪੜ੍ਹ ਨਾ ਰਵੇ। ਇਸ ਕਰਕੇ ਲਾਹੌਰ ਦੇ ਲੋਕਾਂ ਨੂੰ ਉਸ ਸਮੇਂ ਅਰਬੀ, ਫਾਰਸੀ, ਸੰਸਕ੍ਰਿਤ, ਗੁਰਮੁਖੀ ਤੇ ਅੰਗਰੇਜ਼ੀ ਇਹ ਭਾਸ਼ਾਵਾਂ ਜਿਹੜੀਆਂ ਆਮ ਹੀ 85% ਲੋਕਾਂ ਨੂੰ ਆਉਂਦੀਆਂ ਸਨ। ਇਹ ਆਪ ਜੀ ਨੇ ਸਰਵਣ ਕੀਤਾ ਸੀ। ਤੇ ਸਾਧ ਸੰਗਤ ਕੁਝ ਕੁ ਘਟਨਾਵਾਂ ਜਿਹੜੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ, ਜਿਸ ਤੋਂ ਪਤਾ ਲੱਗਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ ਕੁਸ਼ਲ ਤੇ ਇੱਕ ਚੰਗਾ ਰਾਜ ਸੀ। ਉਹ ਘਟਨਾਵਾਂ ਆਪਾਂ ਅੱਜ ਜਿਹੜੀਆਂ ਹੈ ਉਹ ਆਪ ਜੀ ਨਾਲ ਸਾਂਝੀਆਂ ਕਰਨੀਆਂ। ਤੇ ਸਾਧ ਸੰਗਤ, ਸਭ ਤੋਂ ਪਹਿਲੀ ਘਟਨਾ ਜਿਹਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਕਿਤੇ ਸੀ ਤੇ ਸੈਰ ਕਰਨ ਗਿਆ ਸੀ। ਸੈਰ ਕਰਦਿਆਂ ਹੋਇਆ ਇਹਨੂੰ ਕਿਸੇ ਦੇ ਰੋਣ ਦੀ ਆਵਾਜ਼ ਆਈ ਹੈ ਤੇ ਜਦੋਂ ਇਹਨੇ ਵੇਖਿਆ ਕਿ ਉੱਥੇ ਇੱਕ ਮੁਸਲਮਾਨ ਫਕੀਰ ਬੈਠਾ ਹੈ ਤੇ ਉਹਨੇ ਕਿਹਾ ਕਿਉਂ ਰੋਣਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪੁੱਛਿਆ ਤੇ ਉਹਨੇ ਅੱਗੇ ਜਵਾਬ ਦਿੱਤਾ ਹੈ ਕਿ ਮਹਾਰਾਜਾ ਜੀ, ਅਸਲ 'ਚ ਮੈਂ ਇੱਕ ਕੁਰਾਨ ਲਿਖਿਆ ਹੈ ਸੁਨਹਿਰੀ ਅੱਖਰਾਂ ਦੇ ਵਿੱਚ, ਤੇ ਬੜੀ ਮਿਹਨਤ ਲਾਈ ਹੈ ਮੈਂ, ਪਰ ਉਹ ਕੁਰਾਨ ਦਾ ਕੋਈ ਮੁੱਲ ਨਹੀਂ ਪਵੇਗਾ। ਰਣਜੀਤ ਸਿੰਘ ਨੇ ਕਿਹਾ ਕਿਉਂ ਮੁੱਲ ਨਹੀਂ ਪਵੇਗਾ? ਉਹਨੇ ਕਿਹਾ ਜੇ ਸਾਡੇ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਤੇ ਮੇਰੀ ਇਸ ਕੁਰਾਨ ਦਾ ਕੋਈ ਮੁੱਲ ਪੈ ਜਾਣਾ ਸੀ। ਉਹਨੇ ਬੜੇ ਪਿਆਰ ਦੇ ਨਾਲ ਖਰੀਦ ਲੈਣਾ ਸੀ, ਪਰ ਇਹ ਕੁਰਾਨ ਦੇ ਉੱਤੇ ਮੈਂ ਇੰਨੀ ਮਿਹਨਤ ਕੀਤੀ ਹੈ ਤੇ ਸਾਡੇ ਦੇਸ਼ ਦਾ ਜਿਹੜਾ ਰਾਜਾ ਹੈ, ਪੰਜਾਬ ਦਾ ਜਿਹੜਾ ਰਾਜਾ ਉਹ ਸਿੱਖ ਹੈ, ਇਸ ਕਰਕੇ ਮੇਰੇ ਇਸ ਕੁਰਾਨ ਦਾ ਕੋਈ ਮੁੱਲ ਨਹੀਂ ਪੈਣਾ। ਮਹਾਰਾਜੇ ਰਣਜੀਤ ਸਿੰਘ ਨੇ ਉਸੇ ਵੇਲੇ ਹੀ ਉਹਨੂੰ ਆਪਣੇ ਦਰਬਾਰ ਦੇ ਵਿੱਚ ਲੈ ਕੇ ਆਂਦਾ, ਉਹਦੀ ਕੁਰਾਨ ਮੰਗਵਾਈ ਤੇ ਨਾਲ ਦੀ ਨਾਲ ਹੀ ਮਹਾਰਾਜੇ ਨੇ ਇੱਕ ਜਗੀਰ ਉਹਦੇ ਨਾਮ ਲਾ ਦਿੱਤੀ ਤੇ ਥੈਲੀ ਮੋਹਰਾਂ ਦੀ ਉਹਨੂੰ ਦੇ ਕੇ ਤੇ ਬੜੇ ਪਿਆਰ ਦੇ ਨਾਲ ਉਹਨੂੰ ਤੋਰਿਆ। ਤੇ ਉਸ ਕੁਰਾਨ ਨੂੰ ਮਹਾਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਿਹੜਾ ਸੀ ਸ਼ੋਭਿਤ ਕਰ ਦਿੱਤਾ। ਇੰਨੀ ਦਰਿਆਦਿਲੀ ਤੇ ਦੂਸਰੇ ਧਰਮ ਦੇ ਪ੍ਰਤੀ ਇੰਨੀ ਜਿਹੜੀ ਸਦਭਾਵਨਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ। ਫਿਰ ਇਹਦੇ ਨਾਲ ਹੀ ਸਾਧ ਸੰਗਤ, ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਕਿਸੇ ਮੁਹਿੰਮ ਤੇ ਚੜ੍ਹਿਆ ਹੈ ਤੇ ਰਸਤੇ 'ਚ ਜਾਂਦਿਆਂ ਇਹਦੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਰੋੜਾ, ਜਿਹਨੂੰ ਕਹਿ ਦਿੰਦੇ ਆ ਵੱਟਾ ਜਾਂ ਡਲਾ ਮਿੱਟੀ ਦਾ, ਉਹ ਆਣ ਕੇ ਮਹਾਰਾਜੇ ਰਣਜੀਤ ਸਿੰਘ ਦੇ
ਜਿਹੜਾ ਪੱਗ ਤੇ ਆਣ ਕੇ ਵੱਜਾ। ਮਹਾਰਾਜਾ ਰਣਜੀਤ ਸਿੰਘ ਉਤਰਿਆ ਆਪਣੇ ਘੋੜੇ ਤੋਂ, ਨਾਲ ਸਿਪਾਹੀ ਜਿਹੜੇ ਨੇ ਉਹਨਾਂ ਨੂੰ ਕਿਹਾ ਦੇਖੋ ਕਿੰਨੇ ਮੇਰੇ ਰੋੜਾ ਮਾਰਿਆ। ਤੇ ਜਿੰਨੇ ਵੀ ਸਿਪਾਹੀ ਸਨ, ਜਿਸ ਪਾਸੇ ਤੋਂ ਰੋੜਾ ਆਇਆ ਸੀ, ਉਹ ਵੱਟਾ ਆਇਆ ਸੀ, ਉਸ ਪਾਸੇ ਨੂੰ ਚਲੇ ਗਏ। ਤੇ ਜਾ ਕੇ ਕੀ ਦੇਖਦੇ ਆ ਕਿ ਕੁਝ ਜਿਹੜੇ ਬੱਚੇ ਨੇ ਉਹ ਬੇਰੀ ਦੇ ਉੱਪਰ ਰੋੜੇ ਮਾਰ ਰਹੇ ਆ। ਬੇਰੀ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬੇਰ ਤੋੜਦੇ ਸਨ ਬੱਚੇ, ਤੇ ਉਹ ਬੇਰ ਤੋੜਨ ਦੇ ਵਾਸਤੇ ਉਹ ਰੋੜੇ ਜਿਹੜੇ ਸਨ, ਉਹ ਵੱਟੇ ਜਿਹੜੇ ਸਨ ਮਿੱਟੀ ਦੇ, ਉਸ ਬੇਰੀ ਦੇ ਉੱਤੇ ਮਾਰਦੇ ਸਨ ਤਾਂ ਕਿ ਬੇਰੀ ਤੋਂ ਮਿੱਠੇ ਬੇਰ ਤੋੜ ਕੇ ਉਹ ਛਕ ਸਕਣ, ਖਾ ਸਕਣ। ਤੇ ਜਦੋਂ ਉਹਨਾਂ ਸਿਪਾਹੀਆਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਸਿਪਾਹੀ ਭੇਜੇ ਸਨ, ਉਹਨਾਂ ਸਾਰਿਆਂ ਸਿਪਾਹੀਆਂ ਨੇ ਉਹਨਾਂ ਬੱਚਿਆਂ ਨੂੰ ਜਿਹੜਾ ਪਕੜ ਲਿਆ ਤੇ ਪਕੜ ਕੇ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਬੱਚਿਓ ਤੁਸੀਂ ਮੇਰੇ ਵੱਟਾ ਕਿਉਂ ਮਾਰਿਆ? ਤੇ ਉਹਨਾਂ ਨੇ, ਬੱਚਿਆਂ ਨੇ ਅੱਗੇ ਅਣਭੋਲ ਹੀ ਕਿਹਾ ਕਿ ਮਹਾਰਾਜਾ ਜੀ ਅਸੀਂ ਤੁਹਾਡੇ ਵੱਟਾ ਨਹੀਂ ਮਾਰਿਆ, ਅਸੀਂ ਜਿਹੜਾ ਰੋੜਾ ਹੈ, ਜੋ ਵੱਟਾ ਹੈ, ਅਸੀਂ ਬੇਰੀ ਨੂੰ ਮਾਰਿਆ ਹੈ ਤਾਂ ਕਿ ਅਸੀਂ ਮਿੱਠੇ ਬੇਰ ਖਾ ਸਕੀਏ। ਤੇ ਨਾਲ ਦੇ ਸਿਪਾਹੀ ਨੇ ਪੁੱਛਿਆ ਮਹਾਰਾਜ ਇਹਨਾਂ ਨੂੰ ਹੁਣ ਕੀ ਸਜ਼ਾ ਦਿੱਤੀ ਜਾਵੇ? ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹਨਾਂ ਨੂੰ ਹੁਣ ਸਜ਼ਾ ਇਹ ਹੈ ਕਿ ਆਪਣੇ ਕੋਲ ਜੋ ਵੀ ਮਿੱਠਾ ਚੀਜ਼ ਪਦਾਰਥ ਖਾਣ ਲਈ ਹੈ, ਜੋ ਵੀ ਮਠਿਆਈ ਆਦਿਕ ਕੁਛ ਵੀ ਸਾਡੇ ਕੋਲ ਹੈ, ਉਹ ਇਹਨਾਂ ਬੱਚਿਆਂ ਨੂੰ ਦਿੱਤਾ ਜਾਵੇ। ਤੇ ਸਾਰੇ ਬੜੇ ਹੈਰਾਨ ਹੋਏ ਕਿ ਮਹਾਰਾਜਾ ਇਹਨੇ ਤੁਹਾਡੇ ਵੱਟਾ ਮਾਰਿਆ ਤੇ ਤੁਸੀਂ ਇਹਨਾਂ ਨੂੰ ਮਿੱਠੇ ਪਦਾਰਥ ਦੇਣ ਦੀ ਗੱਲ ਕਰਦੇ ਹੋ। ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਸ ਕੇ ਗੱਲ ਕਹੀ ਸੀ। ਮਹਾਰਾਜੇ ਨੇ ਕਿਹਾ ਕਿ ਜੇ ਇੱਕ ਬੇਰੀ ਦੇ ਉੱਤੇ ਵੱਟੇ ਮਾਰਨ ਦੇ ਨਾਲ ਉਹਦੇ ਤੋਂ ਮਿੱਠੇ ਬੇਰ ਮਿਲ ਸਕਦੇ ਆ, ਤੇ ਕੀ ਇੱਕ ਮਹਾਰਾਜੇ ਦੇ ਉੱਤੇ ਵੱਟਾ ਮਾਰਨ ਦੇ ਨਾਲ ਉਹਦੇ ਕੋਲੋਂ ਮਠਿਆਈ ਨਹੀਂ ਮਿਲ ਸਕਦੀ? ਇਹ ਸ਼ਬਦ ਮਹਾਰਾਜਾ ਰਣਜੀਤ ਸਿੰਘ ਦੇ ਸਨ, ਜਿਨ੍ਹਾਂ ਦੇ ਨਾਲ ਲੋਕਾਂ ਦੇ ਦਿਲ ਜਿਹੜੇ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਪ੍ਰਭਾਵ ਉਸ ਸਮੇਂ ਦੇ ਲੋਕਾਂ ਤੇ ਸੀ। ਇੱਕ ਹੋਰ ਬੜੀ ਸੁੰਦਰ ਘਟਨਾ ਹੈ ਸਾਧ ਸੰਗਤ, ਕਿ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਕਿਸੇ ਪਿੰਡ ਦੇ ਵਿੱਚ ਗਿਆ, ਕਿਸੇ ਸ਼ਹਿਰ ਚ ਕਹਿ ਲਓ ਜਾਂ ਕਿਸੇ ਪਿੰਡ ਦੇ ਵਿੱਚ ਲੰਘਿਆ। ਤੇ ਜਦੋਂ ਰਣਜੀਤ ਸਿੰਘ ਲੰਘ ਰਿਹਾ ਹੈ ਸਾਧ ਸੰਗਤ, ਤੇ ਉਸ ਸਮੇਂ ਹੋਇਆ ਕਿ ਉੱਥੇ ਇੱਕ ਬਜ਼ੁਰਗ ਮਾਈ ਹੈ। ਉਸ ਬਜ਼ੁਰਗ ਮਾਈ ਦੇ ਹੱਥ ਦੇ ਵਿੱਚ ਤਵਾ ਹੈ, ਤੇ ਉਹ ਤਵਾ ਜਿਹੜਾ ਹੈ ਉਹ ਲਿਆ ਕੇ ਜਿਸ ਰਸਤੇ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲੰਘਣਾ, ਉਸ ਰਸਤੇ ਦੇ ਉੱਤੇ ਬੈਠ ਗਈ। ਜਦੋਂ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਲੰਘ ਰਿਹਾ, ਤੇ ਇਹਨੇ ਪੁੱਛਿਆ ਕਿ ਕਿਹੜਾ ਹੈ ਮਹਾਰਾਜਾ ਰਣਜੀਤ ਸਿੰਘ, ਤੇ ਕਿਸੇ ਨੇ ਕਿਹਾ ਕਿ ਉਹ ਸਾਹਮਣੇ ਹੈ ਮਹਾਰਾਜਾ ਰਣਜੀਤ ਸਿੰਘ। ਇਹ ਭੱਜੀ ਗਈ, ਇਹਨੇ ਉਹ ਜਿਹੜਾ ਤਵਾ ਸੀ, ਤਵਾ ਰੋਟੀਆਂ ਪਕਾਉਣ ਵਾਲਾ, ਆਪ ਜੀ ਨੂੰ ਪਤਾ ਲੋਹੇ ਦਾ ਤਵਾ ਜਿਹੜਾ ਹੁੰਦਾ, ਇਹਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੇ ਉੱਤੇ ਰਗੜਨਾ ਸ਼ੁਰੂ ਕਰ ਦਿੱਤਾ। ਸਾਰੇ ਬੜੇ ਹੈਰਾਨ ਹੋਏ। ਜਿਹੜੇ ਨਾਲ ਦੇ ਸਿਪਾਹੀ ਸਨ ਉਹਨਾਂ ਨੇ ਉਸ ਔਰਤ ਨੂੰ ਚੁੱਕਿਆ, ਪਿੱਛੇ ਕੀਤਾ ਉਸ ਬੁੱਢੀ ਮਾਈ ਨੂੰ, ਤੇ ਨਾਲ ਹੀ ਪੁੱਛਿਆ ਕਿ ਤੂੰ ਇਹ ਕੀ ਕਰਦੀ ਪਈ, ਤੈਨੂੰ ਕੋਈ ਅਕਲ ਨਹੀਂ ਹੈ, ਤੂੰ ਮਹਾਰਾਜੇ ਦੇ ਕੱਪੜੇ ਖਰਾਬ ਕਰ ਦੇਂਗੀ ਇਸ ਤਵੇ ਦੇ ਨਾਲ। ਤੇ ਮਹਾਰਾਜਾ ਕਹਿੰਦਾ ਚੁੱਪ ਕਰੋ, ਮੈਨੂੰ ਪੁੱਛ ਲੈਣ ਦਿਓ ਗੱਲ ਕੀ ਹੋਈ ਹੈ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਪੁੱਛੀ ਕਿ ਮਾਈ ਕੀ ਗੱਲ ਹੋਈ ਹੈ, ਤੂੰ ਇਹ ਤਵਾ ਲਿਆ ਕੇ ਤੂੰ ਮੇਰੇ ਪੈਰਾਂ ਤੇ ਕਿਉਂ ਰਗੜਦੀ ਪਈ ਹੈ? ਤੇ ਅੱਗੇ ਉਸ ਮਾਈ ਦਾ ਉੱਤਰ ਸੀ ਕਿ ਮਹਾਰਾਜਾ ਜੀ ਮੈਂ ਸੁਣਿਆ ਕਿ ਸਾਡੇ ਦੇਸ਼ ਦਾ ਮਹਾਰਾਜਾ ਜਿਹੜਾ ਹੈ ਉਹ ਪਾਰਸ ਦੀ ਨਿਆਈ ਹੈ। ਪਾਰਸ ਜਿਹੜਾ ਹੁੰਦਾ ਹੈ ਸਾਧ ਸੰਗਤ ਆਪ ਜੀ ਨੂੰ ਪਤਾ ਹੈ ਕਿ ਉਹ 8 ਪ੍ਰਕਾਰ ਦੀਆਂ ਧਾਤਾਂ ਨੂੰ ਸੋਨੇ ਦੇ ਵਿੱਚ ਬਦਲ ਦਿੰਦਾ ਹੈ। ਤੇ ਉਹ ਔਰਤ ਕਹਿੰਦੀ ਆ, ਬੁੱਢੀ ਮਾਈ ਕਹਿੰਦੀ ਮੈਂ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਵਰਗਾ ਰਾਜਾ ਹੈ, ਤੇ ਮੈਂ ਇਸ ਕਰਕੇ ਤੁਹਾਡੇ, ਮੈਨੂੰ ਜਦੋਂ ਪਤਾ ਲੱਗਾ ਕਿ ਤੁਸੀਂ ਇਸ ਪਾਸੇ ਨੂੰ ਆਉਣਾ ਹੈ, ਤੇ ਮੈਂ ਬੜੀ ਗਰੀਬ ਆ, ਬੜੀ ਆਤੁਰ ਆ, ਤੇ ਮੇਰੇ ਘਰ ਦੇ ਵਿੱਚ ਕੋਈ ਲੋਹੇ ਦੀ ਚੀਜ਼ ਹੋਰ ਨਹੀਂ ਸੀ। ਮੇਰੇ ਘਰ ਦੇ ਵਿੱਚ ਸਿਰਫ ਤੇ ਸਿਰਫ ਇੱਕ ਤਵਾ ਸੀ। ਉਹ ਤਵਾ ਜਿਹੜਾ ਹੈ, ਮੈਂ ਕਹਿੰਦੀ ਕਿ ਮੈਂ ਉਹ ਤਵਾ ਚੁੱਕਿਆ ਤੇ ਮੈਂ ਲੈ ਕੇ ਆ ਗਈ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਾਕਈ ਪਾਰਸ ਹੈ ਤੇ ਮੇਰਾ ਜਿਹੜਾ ਤਵਾ ਇਹ ਤੇ ਸੋਨੇ ਦਾ ਬਣ ਜਾਵੇਗਾ। ਤੇ ਬੜਾ ਮਹਾਰਾਜੇ ਰਣਜੀਤ ਸਿੰਘ ਦੀ, ਜਦੋਂ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਕਹੀ ਹੈ, ਤੇ ਸਾਧ ਸੰਗਤ ਜਦੋਂ ਉਸ ਔਰਤ ਨੇ ਇਹ ਗੱਲ ਕਹੀ ਤੇ ਮਹਾਰਾਜੇ ਦੇ ਮਨ ਦੇ ਵਿੱਚ ਬੜਾ ਜਿਹੜਾ ਸੀ ਪ੍ਰਸੰਨਤਾ ਆਈ। ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨਚੀ ਨੂੰ ਬੁਲਾਇਆ ਤੇ ਨਾਲ ਹੀ ਕਹਿ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ ਇਸ ਬੁੱਢੀ ਔਰਤ ਨੂੰ ਕਿਸੇ ਪ੍ਰਕਾਰ ਦੀ ਕੋਈ ਭੁੱਖ ਨਾ ਰਵੇ, ਜਿਹੜੀ ਵੀ ਵਸਤੂ ਮੰਗਦੀ ਹੈ ਇਹਨੂੰ ਉਸੇ ਵੇਲੇ ਦੇ ਦਿੱਤੀ ਜਾਵੇ, ਖਜ਼ਾਨੇ ਖੋਲ ਦਿੱਤੇ ਜਾਣ। ਇੰਨਾ ਦਰਿਆ ਦਿਲ ਸੀ ਮਹਾਰਾਜਾ ਰਣਜੀਤ ਸਿੰਘ। ਇਸੇ ਪ੍ਰਕਾਰ ਇੱਕ ਘਟਨਾ ਮਹਾਰਾਜੇ ਦੇ ਨਾਲ ਬੜੀ ਜੁੜਦੀ ਹੈ, ਬੜੀ ਪਿਆਰੀ ਘਟਨਾ ਹੈ। ਕਹਿੰਦੇ ਪੰਜਾਬ ਦੇ ਵਿੱਚ ਕੁਝ ਸਮੇਂ ਲਈ ਮੀਂਹ ਨਾ ਪਿਆ, ਬਾਰਿਸ਼ ਨਾ ਹੋਈ, ਤੇ ਲਾਹੌਰ ਦੇ ਇੱਕ ਇਲਾਕੇ ਦੇ ਵਿੱਚ ਕਾਲ ਪੈ ਗਿਆ। ਕਾਲ ਦੀ ਜਦੋਂ ਸਥਿਤੀ ਬਣੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ, ਤੇ ਸਾਧ ਸੰਗਤ ਇੱਕ ਕਿਤਾਬ ਹੈ ਪੰਜਾਬ ਦੇ ਵਿੱਚ, ਜਿਹੜੇ ਪੜ੍ਹੇ ਨੇ ਉਹਨਾਂ ਨੂੰ ਪਤਾ ਹੈ, ਉਹ ਕਿਤਾਬ ਦੇ ਵਿੱਚ ਕਵਿਤਾ ਰੂਪ ਦੇ ਵਿੱਚ ਵੀ ਆਉਂਦੀ ਹੈ।
ਇਹ ਸਟੋਰੀ ਜਿਹੜੀ ਹੈ, ਕਹਾਣੀ ਜਿਹੜੀ ਹੈ। ਤੇ ਸਾਧ ਸੰਗਤ ਉਹ ਜਿਹੜਾ ਹੈ ਕਾਲ ਜਦੋਂ ਪੈ ਗਿਆ ਤੇ ਮਹਾਰਾਜੇ ਰਣਜੀਤ ਸਿੰਘ ਨੇ ਆਪਣੇ ਸਾਰੇ ਦਰਵਾਜ਼ੇ ਜਿਹੜੇ ਖੋਲ ਦਿੱਤੇ, ਭੰਡਾਰੇ ਖੋਲ ਦਿੱਤੇ ਕਿ ਭਾਈ ਜਿਹਨੂੰ ਵੀ ਅਨਾਜ ਦੀ ਜ਼ਰੂਰਤ ਹੋਵੇ, ਜੀ ਭਰ ਕੇ ਜਿੰਨਾ ਵੀ ਅਨਾਜ ਉਹਨੂੰ ਚਾਹੀਦਾ, ਜਿੰਨਾ ਚੁੱਕ ਸਕਦਾ ਹੈ, ਓਨਾ ਅਨਾਜ ਲੈ ਕੇ ਆਪਣੇ ਘਰ ਨੂੰ ਚਲਾ ਜਾਵੇ। ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਇਸ ਚੀਜ਼ ਨੂੰ ਵੇਖਣ ਵਾਸਤੇ ਆਪ ਸਧਾਰਨ ਵੇਸ਼ਭੂਸ਼ਾ ਬਣਾ ਕੇ, ਸਧਾਰਨ ਆਮ ਜੱਟਾਂ ਵਾਲੀ ਜਿਵੇਂ ਪੱਗ ਜੀ ਬੰਨ ਕੇ, ਸਧਾਰਨ ਜਿਹਾ ਬਣ ਕੇ ਮਹਾਰਾਜਾ ਰਣਜੀਤ ਸਿੰਘ ਉਸ ਇਲਾਕੇ 'ਚ ਫਿਰ ਰਿਹਾ ਜਿੱਥੇ ਕਾਲ ਪਿਆ ਤੇ ਜਿੱਥੇ ਇਹ ਰਾਸ਼ਨ ਵਗੈਰਾ ਵੰਡਿਆ ਜਾ ਰਿਹਾ ਸੀ। ਉਸ ਜਗ੍ਹਾ ਤੇ ਜਾ ਕੇ ਗੇੜਾ ਮਾਰਿਆ। ਜਦੋਂ ਰਣਜੀਤ ਸਿੰਘ ਨੇ ਕੀ ਦੇਖਦਾ ਹੈ ਮਹਾਰਾਜਾ ਰਣਜੀਤ ਸਿੰਘ ਕਿ ਇੱਕ ਬਜ਼ੁਰਗ ਹੈ ਤੇ ਉਹਦੇ ਕੋਲ ਇੱਕ ਵੱਡਾ ਸਾਰੀ ਪੰਡ ਹੈ ਤੇ ਉਹ ਪੰਡ ਉਹਨੇ ਭਰ ਲਈ ਸਾਰੀ ਰਾਸ਼ਨ ਦੇ ਨਾਲ, ਅਨਾਜ ਦੇ ਨਾਲ, ਕਣਕ ਦੇ ਨਾਲ ਕਹਿ ਲਓ। ਉਹਨੇ ਉਹ ਭਰ ਤੇ ਲਈ ਪਰ ਇਹਦੇ ਕੋਲ ਚੁੱਕੀ ਨਾ ਜਾਵੇ। ਜਦੋਂ ਚੁੱਕੀ ਨਾ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਉਹਦੇ ਕੋਲ ਗਿਆ, ਵੇਸ਼ਭੂਸ਼ਾ ਆਮ ਜੀ ਸੀ ਤੇ ਮਹਾਰਾਜੇ ਨੇ ਕਿਹਾ, ਨਾਲ ਉਹਦਾ ਪੋਤਰਾ ਵੀ ਸੀ। ਮਹਾਰਾਜੇ ਨੇ ਕਿਹਾ, ਬਜ਼ੁਰਗਾ ਲਿਆ ਇਹ ਪੰਡ ਮੈਨੂੰ ਚੁਕਾ ਦੇ, ਮੈਂ ਤੇਰੇ ਘਰ ਛੱਡ ਆਉਣਾ। ਮਹਾਰਾਜਾ ਰਣਜੀਤ ਸਿੰਘ ਨੇ ਉਹ ਪੰਡ ਆਪਣੇ ਸਿਰ ਤੇ ਚੁੱਕੀ ਤੇ ਉਹ ਬਜ਼ੁਰਗ ਦੇ ਨਾਲ ਚੱਲ ਪਏ ਤੇ ਉਹਦੇ ਘਰ ਜਾ ਕੇ ਜਦੋਂ ਪੰਡ ਰੱਖੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਆਪਣੇ ਜਿਹੜੀ ਬੁੱਕਲ ਮਾਰੀ ਸੀ ਲੋਹੀ ਦੀ, ਉਹ ਜਦੋਂ ਉਤਾਰੀ ਤੇ ਉਹ ਪਰਿਵਾਰ ਨੇ ਦੇਖਿਆ ਇਹ ਤੇ ਮਹਾਰਾਜਾ ਰਣਜੀਤ ਸਿੰਘ ਹੈ। ਸਾਰੇ ਝੁਕ ਗਏ ਤੇ ਸਾਰਿਆਂ ਦੇ ਮਨ ਦੇ ਵਿੱਚ ਮਹਾਰਾਜੇ ਦੇ ਲਈ ਬੜਾ ਪਿਆਰ ਆਇਆ ਕਿ ਇੱਕ ਉਹ ਮਹਾਰਾਜਾ ਜਿਹੜਾ ਆਪਣੇ ਲੋਕਾਂ ਦੀ ਭਲਾਈ ਵਾਸਤੇ, ਆਪਣੇ ਦੇਸ਼ ਦੇ ਲੋਕਾਂ ਦਾ ਦੁੱਖ ਵੇਖ ਕੇ ਤੇ ਇੰਨੇ ਭੰਡਾਰੇ ਖੋਲ ਦਿੰਦਾ ਤੇ ਨਾਲ ਹੀ ਉਹਨਾਂ ਦੇ ਘਰ ਤੱਕ ਰਾਸ਼ਨ ਛੱਡ ਕੇ ਆ ਸਕਦਾ। ਇਹੋ ਜਿਹਾ ਮਹਾਰਾਜਾ ਅੱਜ ਤੱਕ ਨਹੀਂ ਸੀ ਦੁਨੀਆ ਦੇ ਉੱਤੇ ਵੇਖਿਆ ਗਿਆ। ਸਭ ਤੋਂ ਚੰਗਾ ਤੇ ਕੁਸ਼ਲ ਰਾਜ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇੰਨਾ ਪਿਆਰਾ ਰਾਜ ਸੀ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਫਾਂਸੀ ਦੀ, ਮੌਤ ਦੀ ਸਜ਼ਾ ਨਹੀਂ ਸੀ ਹੁੰਦੀ। ਜਿਹੜੇ ਵੀ ਚੋਰ ਆਦਿਕ ਉਸ ਸਮੇਂ ਹੁੰਦੇ ਸਨ ਉਹਨਾਂ ਨੂੰ ਕੈਦ ਜ਼ਰੂਰ ਕਰ ਲਿਆ ਜਾਂਦਾ ਸੀ ਪਰ ਉਹਨਾਂ ਨੂੰ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਕੁਝ ਸਮਾਂ ਪਾ ਕੇ ਉਹਨਾਂ ਨੂੰ ਮਹਾਰਾਜਾ ਆਪਣੀ ਫੌਜ ਦੇ ਵਿੱਚ ਸਿਪਾਹੀ ਭਰਤੀ ਕਰ ਲਿਆ ਕਰਦਾ ਸੀ। ਐਸਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਇਹ ਜਿਹੜੀਆਂ ਕਈ ਘਟਨਾਵਾਂ ਜਿਹੜੀਆਂ ਉਹ ਸਾਨੂੰ ਮਿਲਦੀਆਂ। ਤੇ ਸਾਧ ਸੰਗਤ ਇੱਥੋਂ ਤੱਕ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲਵਾਉਣ ਦੀ ਸੇਵਾ ਹੈ ਉਹ ਵੀ ਮਹਾਰਾਜੇ ਰਣਜੀਤ ਸਿੰਘ ਨੇ ਕੀਤੀ ਸੀ। ਤੇ ਇਹ ਵੀ ਇਤਿਹਾਸ ਬੜਾ ਲੰਬਾ ਹੈ। ਉਹ ਘਟਨਾ ਬਹੁਤ ਪਿਆਰੀ ਹੈ ਕਿ ਕਿਵੇਂ ਕਿਵੇਂ ਮਹਾਰਾਜੇ ਨੇ ਉਹ ਕਾਰਜ ਕੀਤੇ। ਸੋ ਆਪਾਂ ਰਾਜ ਪ੍ਰਬੰਧ ਦੀ ਜੇ ਗੱਲ ਕਰੀਏ, ਮਹਾਰਾਜੇ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਦੇਖਣਾ ਹੋਵੇ ਤੇ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਜਿਹੜੀ ਸੀ ਉਹ ਬੜੀ ਵਿਗੜ ਚੁੱਕੀ ਸੀ ਕਿਉਂਕਿ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਬੜੇ ਹਮਲੇ ਹੋਏ ਸੀ। ਉਸ ਸਮੇਂ ਬਹੁਤੇ ਸ਼ਹਿਰ ਬਿਲਕੁਲ ਉੱਜੜ ਚੁੱਕੇ ਸਨ। ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਦਾ ਮੁਲਕਾਂ ਨੂੰ ਫਤਿਹ ਕਰਨ ਦੀ ਵੀਰਤਾ ਜਿਹੜੀ ਸੀ ਰੱਖਦੇ ਸੀ। ਉਸੇ ਤਰ੍ਹਾਂ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਕਰਨਾ ਵੀ ਉਹ ਆਪਣਾ ਖਾਸ ਗੁਣ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਜਿਹੜਾ ਇਲਾਕਾ ਮੈਂ ਜਿੱਤਿਆ ਹੈ ਉਸ ਇਲਾਕੇ ਨੂੰ ਸਿਰਫ ਲੁੱਟਣਾ ਹੀ ਨਹੀਂ, ਕਿਉਂਕਿ ਪੁਰਾਣੇ ਹਾਕਮ ਲੁੱਟ ਕੇ ਭੱਜ ਜਾਂਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਉਸ ਇਲਾਕੇ ਦੇ ਉੱਤੇ ਆਪਣਾ ਕਬਜ਼ਾ ਕਰਕੇ ਤੇ ਬੜਾ ਵੱਡਾ ਗੁਣ ਸੀ ਕਿ ਉਹਦਾ ਪ੍ਰਬੰਧ ਵੀ ਆਪ ਵੇਖਦਾ ਹੁੰਦਾ ਸੀ। ਉਹਦਾ ਆਪਣਾ ਪ੍ਰਬੰਧ ਦੇਖਣਾ ਤੇ ਕਹਿੰਦੇ ਕਿ ਇਹ ਜਿਹੜੇ ਗੁਣ ਆ ਇਹ ਕਿਸੇ ਹੀ ਹਸਤੀ ਦੇ ਵਿੱਚ ਪਾਏ ਜਾਂਦੇ ਆ, ਕਿਸੇ ਖਾਸ ਮਨੁੱਖ ਦੇ ਵਿੱਚ ਇਹੋ ਜਿਹੇ ਗੁਣ ਪਾਏ ਜਾਂਦੇ ਆ। ਤੇ ਇਹ ਗੁਣ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਸੀ ਕਿ ਜਿਸ ਇਲਾਕੇ ਨੂੰ ਜਿੱਤਦਾ ਸੀ ਉਹਦਾ ਰਾਜ ਪ੍ਰਬੰਧ ਵੀ ਮਹਾਰਾਜਾ ਆਪ ਹੀ ਕਰਦਾ ਹੁੰਦਾ ਸੀ। ਇਸੇ ਪ੍ਰਕਾਰ ਹਰ ਕੰਮ ਦੇ ਲਈ ਯੋਗ ਪੁਰਸ਼ ਨੂੰ ਚੁਣਦਾ ਸੀ, ਉਹਦਾ ਹੁਨਰ ਵੇਖਦਾ ਸੀ। ਤੇ ਲੇਪਾਲ ਗ੍ਰਿਫਨ ਲਿਖਦਾ ਹੈ, ਇੱਕ ਅੰਗਰੇਜ਼ ਲਿਖਾਰੀ, ਕਹਿੰਦਾ ਮਹਾਰਾਜੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਇੱਕ ਜਥੇਬੰਦੀ ਦੇ ਵਿੱਚ ਇਕੱਠਾ ਕਰਕੇ ਇੱਕ ਜ਼ਬਰਦਸਤ ਕੌਮ ਜਿਹੜੀ ਉਹ ਬਣਾ ਦਿੱਤੀ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਜਿਹੜਾ ਸੀ ਸ਼ੇਰੇ ਪੰਜਾਬ ਇਸ ਫੌਜ ਦੇ ਨਾਲ ਆਪਣੀਆਂ ਜਿੱਤਾਂ ਨੂੰ ਦਿੱਲੀ ਤੱਕ ਜਾਂ ਉਸ ਤੋਂ ਅੱਗੇ ਵਧਾ ਕੇ ਲੈ ਗਏ ਹੁੰਦੇ ਜੇ ਕਦੇ ਉਹਨਾਂ ਦਾ ਬੰਨਾ ਦਰਿਆ ਸਤਲੁਜ ਅੰਗਰੇਜ਼ਾਂ ਨਾਲ ਕਾਇਮ ਨਾ ਹੁੰਦਾ। ਜੇ ਉਹਨਾਂ ਨੇ ਸੰਧੀ ਨਾ ਕੀਤੀ ਹੁੰਦੀ ਨਾ, ਅੰਮ੍ਰਿਤਸਰ ਦੀ ਸੰਧੀ ਦੇ ਉੱਤੇ ਦਸਤਖਤ ਨਾ ਕੀਤੇ ਹੁੰਦੇ ਮਹਾਰਾਜੇ ਨੇ, ਤੇ ਸਿੱਖ ਫੌਜਾਂ ਦੇ ਨਾਲ ਅੱਜ ਦਿੱਲੀ ਸਾਡੀ ਹੋਣੀ ਸੀ। ਸਾਧ ਸੰਗਤ ਇੰਨਾ ਬਲ ਜਿਹੜਾ ਸੀ ਉਹ ਮਹਾਰਾਜੇ ਰਣਜੀਤ ਸਿੰਘ ਦੇ ਵਿੱਚ ਸੀ। ਪਰ ਮੁਗਲਾਂ ਦੇ ਨਾਲ, ਅੰਗਰੇਜ਼ਾਂ ਦੇ ਨਾਲ ਸੰਧੀ ਹੋਣ ਦਾ ਕਰਕੇ ਮਹਾਰਾਜਾ ਸਤਲੁਜ ਤੋਂ ਪਾਰ ਕਦੀ ਨਹੀਂ ਸੀ ਗਿਆ। ਤੇ ਮਹਾਰਾਜਾ ਦੀ ਜਿਹੜੀ ਸਲਤਨਤ ਦੀ ਲੰਬਾਈ ਉਹ 140,000 ਭਾਵ 1,40,000 ਵਰਗ ਮੀਲ ਸੀ।
ਤੇ ਉਹਨਾਂ ਦੇ ਖਾਲਸਾ ਰਾਜ ਦੇ ਮੁਲਕੀ ਪ੍ਰਬੰਧ ਲਈ ਪੰਜਾਬ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। 4 ਹਿੱਸਿਆਂ ਦੇ ਵਿੱਚ ਪੰਜਾਬ ਦਾ ਰਾਜ ਵੰਡਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ ਤੇ ਸੂਬਾ ਪਿਸ਼ਾਵਰ। ਇਹ 4 ਇਲਾਕਿਆਂ ਦੇ ਵਿੱਚ ਵੰਡਿਆ ਗਿਆ ਸੀ। ਇਹਨਾਂ ਸੂਬਿਆਂ ਦੇ ਸੁਚੱਜੇ ਪ੍ਰਬੰਧ ਦੇ ਲਈ ਸੂਬਿਆਂ ਨੂੰ ਪਰਗਣਿਆਂ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਤਹਿਸੀਲਾਂ ਕਹਿ ਦਿੰਦੇ ਹਾਂ, ਤੇ ਪਰਗਣਿਆਂ ਨੂੰ ਤਾਲੁਕਿਆਂ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਬਲਾਕ ਕਹਿੰਦੇ ਹਾਂ, ਉਹਨਾਂ ਦੇ ਵਿੱਚ ਵੰਡਿਆ ਹੋਇਆ ਸੀ। ਹਰ ਤਾਲੁਕੇ ਦੇ ਵਿੱਚ, ਤਾਲੁਕਾ ਭਾਵ ਬਲਾਕ ਦੇ ਵਿੱਚ ਤਕਰੀਬਨ 100 ਪਿੰਡ ਰੱਖਿਆ ਜਾਂਦਾ ਸੀ ਤੇ ਸੂਬੇ ਦੇ ਵੱਡੇ ਹਾਕਮ ਨੂੰ ਗਵਰਨਰ ਕਿਹਾ ਜਾਂਦਾ ਸੀ। ਇਹਦੇ ਤਹਿਤ ਕਈ ਕਾਰਜਦਾਰ ਹੁੰਦੇ ਸੀ ਅਤੇ ਹਰ ਇੱਕ ਤਾਲੁਕੇ ਦੇ ਵਿੱਚ ਲੋੜ ਅਨੁਸਾਰ ਤਾਲੁਕੇਦਾਰ, ਤਹਿਸੀਲਦਾਰ ਹੁੰਦੇ, ਜਿਨ੍ਹਾਂ ਦੀ ਸਹਾਇਤਾ ਲਈ ਮੁਕੱਦਮੇ, ਕਾਨੂੰਨ, ਪੈਂਚ ਮੁਕਰਰ ਕੀਤੇ ਜਾਂਦੇ ਸਨ। ਕਾਰਜਦਾਰ ਦੇ ਫੌਜੀ ਮਾਮਲਿਆਂ ਦੇ ਵਿੱਚ ਮਦਦ ਕਰਨ ਲਈ ਕੋਤਵਾਲੀ ਵੀ ਹੁੰਦੇ ਸਨ, ਅਦਾਲਤੀ ਵੀ, ਮੁਸਤਦੀ ਵੀ ਹੁੰਦੇ ਸੀ ਤੇ ਸ੍ਰੀ ਸਤੇਦਾਰ ਰੱਖੇ ਗਏ ਸੀ। ਧਾਰਮਿਕ ਫੈਲਾਂ ਲਈ, ਧਾਰਮਿਕ ਸਜ਼ਾ ਦੇ ਵਾਸਤੇ ਕਾਜੀ, ਮੁਫਤੀ, ਗ੍ਰੰਥੀ ਤੇ ਪੰਡਿਤ ਸਥਾਪਿਤ ਕੀਤੇ ਗਏ ਸਨ। ਜੇ ਕਿਸੇ ਨੂੰ ਧਾਰਮਿਕ ਸਜ਼ਾ ਦੇਣੀ ਹੁੰਦੀ ਸੀ ਉਹਦੇ ਵਾਸਤੇ, ਜੇ ਕੋਈ ਮੁਸਲਮਾਨ ਧਾਰਮਿਕ ਅਵਗਿਆ ਕਰਦਾ ਸੀ ਉਹਦੇ ਵਾਸਤੇ ਕਾਜੀ, ਤੇ ਜੇ ਕੋਈ ਸਿੱਖ ਕਰਦਾ ਸੀ ਉਹਦੇ ਵਾਸਤੇ ਵਿਸ਼ੇਸ਼ ਗ੍ਰੰਥੀ, ਤੇ ਜੇ ਕੋਈ ਪੰਡਿਤ ਕਰਦਾ ਸੀ ਉਹਦੇ ਜੇ ਕੋਈ ਹਿੰਦੂ ਕਰਦਾ ਉਹਦੇ ਵਾਸਤੇ ਵਿਸ਼ੇਸ਼ ਪੰਡਿਤ ਰੱਖਿਆ ਜਾਂਦਾ ਸੀ। ਤੇ ਖਾਲਸਾ ਦਰਬਾਰ ਦੇ ਵਿੱਚ ਗੋਹਰੈਲ ਘਰ ਦਾ ਨਾਮ ਆਉਂਦਾ, ਜਿਸ ਨੂੰ ਸੰਦੂਕਚੀ ਬਰਦਾਰ ਕਿਹਾ ਜਾਂਦਾ ਸੀ। ਸ਼ਾਇਦ ਇਹ ਸ਼ਬਦ ਖਜ਼ਾਨਚੀ ਲਈ ਵਰਤਿਆ ਜਾਂਦਾ ਸੀ। ਇਹ ਖਜ਼ਾਨਚੀ ਲਈ ਵਰਤਿਆ ਜਾਂਦੀ। ਹਰ ਇੱਕ ਕਾਰਦਾਰ ਤੇ ਤਾਲੁਕਦਾਰ ਨਾਲ ਇਹ ਹੁੰਦਾ ਸੀ ਹਮੇਸ਼ਾ ਹੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਪਹਿਲੇ ਪਹਿਲ ਆਪ ਨੇ ਮੁਗਲ ਬਾਦਸ਼ਾਹ ਦੇ ਪ੍ਰਚਲਿਤ ਤਰੀਕੇ ਜਿਹੜੇ ਸੀ ਉਹਨਾਂ ਦੇ ਅਨੁਸਾਰ ਬਟਾਈ ਦਾ ਤਰੀਕਾ ਕਾਇਮ ਰੱਖਿਆ ਤੇ ਜੋ ਤੀਜੇ ਤੇ 6ਵੇਂ ਹਿੱਸੇ ਤੱਕ ਦੀ ਪਿਸ਼ਾਵਰ ਦੇ ਵਿੱਚ 8ਵੇਂ ਹਿੱਸੇ ਦਾ ਜ਼ਮੀਨ ਦਾ ਹੈਸੀਅਤ ਅਨੁਸਾਰ ਲਿਆ ਜਾਂਦਾ ਸੀ। ਕਰ ਜਿਹੜਾ ਇਕੱਠਾ ਕੀਤਾ ਜਾਂਦਾ ਸੀ, ਟੈਕਸ ਜਿਹਨੂੰ ਕਹਿੰਦੇ ਆ। ਤੇ ਇਹ ਤਰੀਕਾ ਬਹੁਤੀ ਦੇਰ ਨਹੀਂ ਚੱਲਿਆ, ਕਿਉਂਕਿ ਇੱਕ ਤੇ ਜ਼ਮੀਨਦਾਰਾਂ ਦੇ ਉੱਤੇ ਬੜਾ ਵਾਧੂ ਭਾਰ ਪੈ ਜਾਂਦਾ ਸੀ, ਦੂਸਰਾ ਇਹਦੇ ਵਿੱਚ ਸਮਾਂ ਵੀ ਵਧੇਰੇ ਖਰਚ ਹੁੰਦਾ ਸੀ। ਸੋ ਇਸ ਕਰਕੇ ਬਟਾਈ ਨੂੰ ਬਦਲ ਕੇ ਕਨਕੂਤ ਦਾ ਤਰੀਕਾ ਜਿਹੜਾ ਚਲਾਇਆ ਗਿਆ, ਜਿਹਦੇ ਅਨੁਸਾਰ ਜਦੋਂ ਫਸਲਾਂ ਵਾਢੀਯੋਗ ਹੁੰਦੀਆਂ ਤਾਂ ਜਿਸ ਦੀ ਲੰਬਾਈ ਚੌੜਾਈ ਵਿਗੇ ਦੇ ਹਿਸਾਬ ਦੇ ਨਾਲ ਨਾਪੀ ਜਾਂਦੀ ਤੇ ਸਰਕਾਰੀ ਰਜਿਸਟਰ ਦੇ ਵਿੱਚ ਦਰਜ ਕਰ ਲਈ ਜਾਂਦੀ ਸੀ। ਫਿਰ ਪੰਚਾਂ ਦੀ ਸਲਾਹ ਦੇ ਨਾਲ ਖੇਤਾਂ ਦਾ ਸਰਕਾਰੀ ਹਿੱਸਾ ਨਿਯੁਕਤ ਕੀਤਾ ਜਾਂਦਾ ਸੀ। ਪਰ ਮਤਲਬ ਜਦੋਂ ਫਸਲ ਪੱਕ ਜਾਂਦੀ ਸੀ, ਖੜੀ ਫਸਲ ਨੂੰ ਇਹ ਨਿਯੁਕਤ ਕਰ ਲਿਆ ਜਾਂਦਾ ਸੀ, ਪੱਕਾ ਕਰ ਲਿਆ ਜਾਂਦਾ ਸੀ ਕਿ ਆਹ ਹਿੱਸਾ ਜਿਹੜਾ ਇਹ ਸਰਕਾਰ ਨੂੰ ਦਿੱਤਾ ਜਾਵੇਗਾ, ਜੋ ਖਾਸ ਸਮੇਂ ਨਗਦ ਜਾਂ ਜਿੰਸ ਦੀ ਸ਼ਕਲ ਦੇ ਵਿੱਚ ਵਸੂਲਿਆ ਜਾਂਦਾ ਸੀ। ਜੇ ਉਹ ਜਿਹੜਾ ਕਿਸਾਨ ਜੇ ਕਵੇ ਕਿ ਮੈਂ ਇਹਦੇ ਪੈਸੇ ਤਾਰ ਦਿੰਦਾ ਤੇ ਉਹਦੇ ਕੋਲ ਪੈਸੇ ਲੈ ਲਏ ਜਾਂਦੇ ਸੀ ਉਸ ਫਸਲ ਦੇ, ਤੇ ਜੇ ਉਹ ਕਹਿੰਦਾ ਸੀ ਕਿ ਮੇਰੀ ਇਹ ਫਸਲ ਵੱਢ ਲਈ ਜਾਵੇ, ਸਰਕਾਰ ਵਢਾ ਲਵੇ, ਤੇ ਉਹਨੂੰ ਉਹ ਵੱਢ ਕੇ ਫਸਲ ਜਿਹੜੀ ਸੀ ਉਹ ਸਰਕਾਰ ਨੂੰ ਪਹੁੰਚਾ ਦਿੱਤੀ ਜਾਂਦੀ ਸੀ। ਤੇ ਇਹਦਾ ਮਕਸਦ ਸਿਰਫ ਇਹ ਸੀ ਕਿ ਕਰ ਵਸੂਲਣ ਵਕਤ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਕਿਸੇ ਨਾਲ ਧੱਕਾ ਨਾ ਹੋਵੇ, ਤੇ ਕਾਰਦਾਰ ਜਾਂ ਤਾਲੁਕਦਾਰ ਬਿਨਾਂ ਪਿੰਡ ਦੇ ਮੁਖੀਏ ਦੀ ਰਾਏ ਤੋਂ ਆਪਣੀ ਮਰਜ਼ੀ ਦੇ ਨਾਲ ਇਹ ਨਹੀਂ ਸੀ ਕਰ ਸਕਦੇ। ਕੋਈ ਵੀ ਕਰ ਨਹੀਂ ਸੀ ਵਸੂਲ ਸਕਦਾ ਪਿੰਡ ਦੇ ਮੁਖੀਏ ਦੇ ਪੁੱਛੇ ਤੋਂ ਬਿਨਾਂ। ਕੋਈ ਵੀ ਕਰ ਕਿਸੇ ਪ੍ਰਕਾਰ ਦਾ ਵੀ ਹੋਵੇ ਉਹ ਕੋਈ ਵੀ ਨਹੀਂ ਵਸੂਲ ਸਕਦਾ ਸੀ। ਕਿਸਾਨ ਆਪਣਾ ਮੁੱਦਾ ਆਪਣਾ ਮੁੱਦਾ ਜਿਹੜਾ ਸੀ ਉਹ ਪੰਚਾਂ ਦੇ ਅੱਗੇ ਰੱਖਦਾ ਸੀ। ਕਿਸਾਨ ਦੀ ਕੋਈ ਵੀ ਸ਼ਿਕਾਇਤ ਜਿਹੜੀ ਹੁੰਦੀ ਸੀ ਉਹ ਕੰਕੂਤਾ ਅੱਗੇ ਉਹਦੇ ਤੇ ਰੱਖ ਸਕਦਾ ਸੀ, ਪੰਚਾਇਤ ਦੇ ਵਿੱਚ ਰੱਖ ਸਕਦਾ ਸੀ, ਜਿਹੜੀ ਵੀ ਉਹਨੂੰ ਕੋਈ ਦਿੱਕਤ ਆਉਂਦੀ ਸੀ। ਤੇ ਪ੍ਰਜਾ ਜਾਂ ਕਿਸਾਨਾਂ ਦੀ ਖੁਸ਼ੀ ਦਾ ਵਿਸ਼ੇਸ਼ ਤੌਰ ਕਰਕੇ ਖਿਆਲ ਮਹਾਰਾਜਾ ਰਣਜੀਤ ਸਿੰਘ ਰੱਖਦਾ ਸੀ। ਕਿਸੇ ਦੇ ਨਾਲ ਧੱਕਾ ਜ਼ਿਆਦਤੀ ਨਹੀਂ ਸੀ ਹੋਣ ਦਿੰਦਾ। ਮਾਲੀ ਦੀ ਆਮਦਨ ਕੁੱਲ ਮਿਲਾ ਕੇ ਜਿਹੜੀ ਸੀ ਉਸ ਸਮੇਂ 3 ਕਰੋੜ 27 ਲੱਖ ਤੇ 50,000 ਰੁਪਏ ਸਾਲਾਨਾ ਉਸ ਸਮੇਂ ਬਣਦੀ ਸੀ। ਹੁਣ ਸਾਧ ਸੰਗਤ ਉਹ ਸਮਾਂ ਜਿਹੜਾ ਆ ਗਿਆ ਜਿਹਦੀ ਆਪਾਂ ਗੱਲ ਕਰਨੀ ਹੈ ਕਿ ਮਹਾਰਾਜੇ ਰਣਜੀਤ ਸਿੰਘ ਦਾ ਇਰਾਜ ਕਿਵੇਂ ਗਿਆ, ਕਿਵੇਂ ਸਾਡਾ ਇਰਾਜ ਸਾਡੇ ਹੱਥੋਂ ਜਾਂਦਾ ਰਿਹਾ, ਉਹ ਜਿਹੜੀ ਗੱਲ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਮਹਾਰਾਜੇ ਦੇ ਸਮੇਂ ਦਾ ਅੰਤ ਕਿਵੇਂ ਹੋਇਆ, ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਅੰਤ ਹੋਇਆ। 22 ਮਈ 1839 ਨੂੰ ਲਾਹੌਰ ਦੇ ਵਿੱਚ ਇੱਕ ਭਾਰੀ ਦੀਵਾਨ ਲਗਾਉਣ ਦਾ ਹੁਕਮ ਦਿੱਤਾ, ਜਿਹਦੇ ਵਿੱਚ ਸਾਰੇ ਸਰਦਾਰਾਂ ਜ਼ਗੀਰਦਾਰਾਂ ਨੂੰ ਬੁਲਾਇਆ ਗਿਆ। ਨਿਯਤ ਸਮੇਂ ਜਦੋਂ ਸਾਰੇ ਦਰਬਾਰੀ ਆਪਣੀ ਆਪਣੀ ਥਾਂ ਤੇ ਸੱਜ ਗਏ ਸੀ ਤੇ ਸ਼ੇਰੇ ਪੰਜਾਬ ਸੁਨਹਿਰੀ ਪਾਲਕੀ ਦੇ ਵਿੱਚ ਤਕੀਏ ਦੀ ਢੋਲ ਲਗਾਏ ਦਰਬਾਰ ਦੇ ਵਿੱਚ ਆਇਆ, ਫਤਿਹ ਬੁਲਾਈ ਤੇ ਕਿਲੇ ਤੋਂ ਸਲਾਮੀ ਦਿੱਤੀ ਮਹਾਰਾਜੇ ਨੇ।
इस वक्त ये इतने कमजोर हो चुके सन कि शाही वैद ने उन्हां दी कुर्सी ते बैठण तो इजाजत नहीं सी। उन्हां नूं पालकी दे विच ही बिठाया गया। पालकी हजूरी बाग बरादरी दे चबूतरे ते उत्ते रखी गई सी। इस वक्त खालसे दी ताकत दा सूरज सिखर ते सी, पूरा सिखर ते सी खालसा उस समय। ਇੰਨੀ ਜਿਹੜੀ ਤਾਕਤ ਉਸ ਸਮੇਂ ਖਾਲਸੇ ਦੀ ਸੀ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ, ਜਿੰਨੇ ਵੀ ਜ਼ਗੀਰਦਾਰ ਸਰਦਾਰ ਬੁਲਾਏ ਸਨ ਉਹ ਤਿਆਰ ਬਰ ਤਿਆਰ ਹੋ ਕੇ ਉਸ ਸਮੇਂ ਆਏ ਸੀ। ਸਾਰੇ ਦਰਬਾਰ ਖੁਸ਼ੀ ਤੇ ਖੇੜਿਆਂ ਦਾ ਮਾਹੌਲ ਸੀ, ਪਰ ਜਦ ਲੋਕਾਂ ਦੀ ਨਿਗਾਹ ਬਿਰਧ ਸ਼ੇਰ ਦੀ ਪਾਲਕੀ ਤੇ ਪੈਂਦੀ ਹੈ, ਮਹਾਰਾਜਾ ਰਣਜੀਤ ਸਿੰਘ ਤੇ ਪੈਂਦੀ ਹੈ, ਜਿਹੜਾ ਬੜਾ ਕਮਜ਼ੋਰ ਹੋ ਚੁੱਕਾ ਸੀ, ਤੇ ਸਾਰੇ ਉਦਾਸ ਹੋ ਜਾਂਦੇ ਆ। ਅੱਖਾਂ ਸਾਰਿਆਂ ਦੀਆਂ ਤਾਰ ਹੋ ਜਾਂਦੀਆਂ। ਇਹ ਵਿਸ਼ਵਾਸ ਹੀ ਨਹੀਂ ਹੁੰਦਾ ਸਾਰਿਆਂ ਨੂੰ ਕਿ ਇਹ ਉਹੀ ਬਹਾਦਰ ਹੈ, ਯੋਧਾ ਹੈ, ਜਿਹੜਾ ਵਗਦੀਆਂ ਤਲਵਾਰਾਂ ਤੇ ਵਗਦੀਆਂ ਗੋਲੀਆਂ ਵਿੱਚ ਆਪਣੇ ਘੋੜੇ ਨੂੰ ਉਡਾਉਂਦਾ ਬਿਜਲੀਆਂ ਦੇ ਵਾਂਗੂ ਵੈਰੀਆਂ ਦੇ ਸਿਰ ਜਾਗ ਪੈਂਦਾ ਸੀ। ਕਹਿੰਦੇ ਉਹੀ ਹੈ ਜਿਹੜਾ ਇੰਨਾ ਤੇਜ਼ ਹੋਇਆ ਕਰਦਾ ਸੀ, ਅੱਜ ਵਿਚਾਰਾ ਪਾਲਕੀ ਦੇ ਵਿੱਚ ਬਜ਼ੁਰਗ ਹੋ ਕੇ ਬੈਠਾ, ਨਿਮਾਣਾ ਜਿਹਾ ਹੋ ਕੇ। ਕੁਛ ਚਿਰ ਖਾਮੋਸ਼ੀ ਜਿਹੜੀ ਛਾਈ ਰਹੀ। ਫਿਰ ਮਹਾਰਾਜਾ ਇੱਕ ਧੀਮੀ ਆਵਾਜ਼ ਦੇ ਵਿੱਚ ਬੋਲਿਆ ਕਿ ਬਹਾਦਰ ਖਾਲਸਾ ਜੀ, ਸੰਬੋਧਨ ਹੋ ਕੇ ਕਿ ਆਪ ਜੀ ਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਣਥੱਕ ਘਾਲਾਂ ਘਾਲੀਆਂ ਨੇ ਤੇ ਆਪਣੇ ਅਣਮੁੱਲੇ ਲਹੂ ਦੀਆਂ ਨਦੀਆਂ ਵਗਾਈਆਂ ਨੇ। ਮਹਾਰਾਜਾ ਰਣਜੀਤ ਸਿੰਘ ਬੋਲਦਾ ਪਿਆ ਕਿ ਇਸ ਵਕਤ ਜੋ ਆਪ ਵੇਖ ਰਹੇ ਹੋ, ਸਭ ਕੁਝ ਆਪ ਦੀ ਤਲਵਾਰ ਦਾ ਫਲ ਹੈ। ਮੈਂ ਸਤਿਗੁਰੂ ਦੇ ਭਰੋਸੇ ਤੇ ਆਪਣੇ ਆਪ ਦੀ ਸਹਾਇਤਾ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤੱਕ ਰਾਜ ਕਾਇਮ ਕਰ ਦਿੱਤਾ। ਸੰਸਾਰ ਭਰ ਸੁਆਸਾਂ ਦਾ ਕੋਈ ਭਰੋਸਾ ਨਹੀਂ ਹੈ, ਪਰ ਜੇ ਮੇਰਾ ਅੰਤ ਨੇੜੇ ਹੈ ਤਾਂ ਪੱਕਾ ਸਮਝੋ ਕਿ ਮੈਂ ਆਪ ਸਭ ਤੋਂ ਅੱਤ ਦੀ ਖੁਸ਼ੀ ਨਾਲ ਵਿਦਾ ਹੋਵਾਂਗਾ। ਮੈਂ ਇਸ ਸਮੇਂ ਸਭ ਨੂੰ ਮਹਾਰਾਜਾ ਖੜਕ ਸਿੰਘ ਦੇ ਹੱਥ ਸੌਂਪਦਾ ਹਾਂ। ਇਸ ਨੂੰ ਆਪ ਮੇਰੇ ਤੁਲ ਸਮਝਣਾ। ਮਹਾਰਾਜਾ ਖੜਕ ਸਿੰਘ ਵੱਡਾ ਪੁੱਤਰ ਸੀ ਰਣਜੀਤ ਸਿੰਘ ਦਾ। ਇਹ ਸਭ ਤਰ੍ਹਾਂ ਆਪ ਜੀ ਦੀ ਭਲਾਈ ਦਾ ਚਾਹਵਾਨ ਰਹੇਗਾ। ਇਹ ਕਹਿ ਕੇ ਸਭ ਨੂੰ ਫਤਿਹ ਬੁਲਾਈ। ਸ਼ੇਰੇ ਪੰਜਾਬ ਦਾ ਇਤਿਹਾਸਿਕ ਛੇਕੜ ਦਾ ਦਰਬਾਰ ਜਿਹੜਾ ਸੀ, ਆਖਰੀ ਦਰਬਾਰ ਜਿਹੜਾ ਸੀ, ਸਮਾਪਤ ਹੋਇਆ। ਸਭ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ। ਮਹਾਰਾਜਾ ਸਾਹਿਬ ਦਾ ਪਿਆਰ ਤੇ ਦਰਬਾਰੀਆਂ ਦਾ ਮਹਾਰਾਜੇ ਦੇ ਨਾਲ ਪਿਆਰ ਦਾ ਮਿਸ਼ਰਣ ਵਾਤਾਵਰਨ ਦੇ ਵਿੱਚ ਉਸ ਸਮੇਂ ਘੁਲਿਆ ਪਿਆ ਸੀ। ਸਾਰਾ ਦਰਬਾਰ ਲੱਗਾ ਸੀ, ਸਾਰੇ ਸਰਦਾਰ ਜਗੀਰਦਾਰ ਆਏ ਸੀ। ਪਰ ਜਦੋਂ ਮਹਾਰਾਜੇ ਦੀ ਇਹ ਹਾਲਤ ਦੇਖੀ ਤੇ ਸਾਰੇ ਜਿਹੜੇ ਸਨ ਉਹ ਬੜੇ ਹੀ ਨਿਮੋ ਝੀਣੇ ਹੋ ਗਏ। ਸਾਰਿਆਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ। ਛੇਤੀ ਫਿਰ ਉਹ ਦਿਨ ਆ ਗਿਆ, 27 ਜੂਨ 1839 ਵੀਰਵਾਰ। 59 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਮਹਾਰਾਜਾ ਜਿਹੜੇ ਸੀ ਉਹ ਚਲੇ ਗਏ। ਵਿਦਿਆ ਲੈ ਲਈ ਉਹਨਾਂ ਨੇ। ਸ਼ਾਇਦ ਹੀ ਕੋਈ ਐਸੀ ਅੱਖ ਹੋਵੇਗੀ ਜੋ ਨਾ ਰੋਈ ਹੋਵੇ। ਅਗਲੇ ਦਿਨ 28 ਜੂਨ ਨੂੰ ਬੜੀ ਧੂਮਧਾਮ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਡੇਰੇ ਸਾਹਿਬ ਦੇ ਨਾਲ ਵਾਲੇ ਮੈਦਾਨ ਦੇ ਵਿੱਚ ਮਹਾਰਾਜੇ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਗਿਆ, ਜਿੱਥੇ ਇੱਕ ਸ਼ਾਨਦਾਰ ਯਾਦਗਾਰ ਬਣਾਈ ਗਈ ਜਿਹੜੀ ਅੱਜ ਵੀ ਉੱਥੇ ਕਾਇਮ ਹੈ। ਸ਼ੇਰੇ ਪੰਜਾਬ ਦੀਆਂ ਅੱਖਾਂ ਕੀ ਮਿਟੀਆਂ। ਕਹਿੰਦੇ ਖਾਲਸਾ ਰਾਜ ਲਟ ਲਟ ਬਲਦਾ ਸੂਰਜ ਅੰਧਕਾਰ ਵਿੱਚ ਗੋਤੇ ਖਾਣ ਲੱਗਾ। ਪੰਜਾਬੀਆਂ ਦਾ ਜਾਨਾ ਹੂਲ ਕੇ ਨਵ ਸਾਰਿਆ ਪੰਜਾਬ ਕੌਮੀ ਮਹਿਲ ਇੱਟ ਇੱਟ ਕਰਕੇ ਢਹਿਣ ਲੱਗਾ। ਉਹ ਡੋਗਰੇ ਜੋ ਲਾਹੌਰ ਦਰਬਾਰ ਦੀ ਵਫਾਦਾਰੀ ਦਾ ਦਮ ਭਰਦੇ ਸੀ, ਖਾਲਸਾ ਰਾਜ ਨੂੰ ਮਿੱਟੀ ਦੇ ਵਿੱਚ ਰੋਲਣ ਦੇ ਲਈ ਖੂਨੀ ਸਾਜ਼ਿਸ਼ਾਂ ਘੜਨ ਲੱਗੇ। ਲਾਹੌਰ ਸ਼ਹਿਰ ਜਿੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਮਨੁੱਖੀ ਕਹਿਰ ਦੇ ਵਿੱਚ ਬਦਲ ਗਿਆ। ਵਿਦਰੋਹਾਂ, ਸਿਆਸੀ ਚਾਲਾਂ, ਸਾਜ਼ਿਸ਼ਾਂ, ਦਗੇਬਾਜ਼ੀਆਂ, ਕਤਲਾਂ, ਤਬਾਹੀਆਂ ਤੇ ਬੁਰਸ਼ਾਗਰਦੀਆਂ ਦਾ ਅਖਾੜਾ ਬਣ ਗਿਆ। ਐਸੀ ਹਾਲਤ ਲਾਹੌਰ ਦੀ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਹੈ। ਹਰ ਕੋਈ ਤਖਤ ਵਾਸਤੇ, ਧਨ ਮਾਲ ਵਾਸਤੇ, ਇਨਾਮ ਵਾਸਤੇ, ਜਗੀਰਾਂ ਵਾਸਤੇ, ਸ਼ੌਹਰਤ ਦੇ ਲਾਲਚ ਪਿੱਛੇ ਆਪਣਾ ਧਰਮ ਮਾਰਨ ਵੇਚਣ ਨੂੰ ਤਿਆਰ ਬਰ ਤਿਆਰ ਹੋਣ ਲੱਗਾ। ਖਾਲਸਾਈ ਰਾਜ ਦਾ ਸਮਰਥਕ ਤੇ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਣ ਵਾਲਾ ਉਸ ਸਮੇਂ ਦਾ ਇੱਕ ਕਵੀ ਹੈ, ਸ਼ਾਹ ਮੁਹੰਮਦ। ਉਹ ਲਿਖਦਾ, ਕਹਿੰਦਾ ਕਿ ਪਿੱਛੋਂ ਇੱਕ ਸਰਕਾਰ ਦੀ ਖੇਡ ਚੱਲੀ, ਭਾਈ ਨਿੱਤ ਹੁੰਦੀ ਮਾਰੋ ਮਾਰ ਮੀਆਂ, ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ, ਸਭੋ ਕਤਲ ਹੋਏ ਵਾਰੋ ਵਾਰ ਮੀਆਂ, ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਜ ਮੁਹਾਰ ਮੀਆਂ, ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ। ਐਸੇ ਹਾਲਾਤ ਉਸ ਸਮੇਂ ਬਣ ਗਏ। ਲਾਲਾ ਖੁਸ਼ਹਾਲ ਚੰਦ ਦੀ ਇੱਕ ਲਿਖਤ ਹੈ,
ਉਹ ਸ਼ੇਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲਿਖਦਾ ਹੈ, ਪੰਜਾਬੀ ਦੇ ਵਿੱਚ ਅਨੁਵਾਦ ਕਰਦਾ। ਕਹਿੰਦਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਸਵਰਾਜ ਤੇ ਆਖਰੀ ਹੁਕਮਰਾਨ ਕਿਹਾ ਜਾ ਸਕਦਾ ਹੈ। ਕਿਹਾ ਜਾਂਦਾ ਕਿ ਉਹ ਬੜਾ ਅਨਪੜ੍ਹ ਸੀ ਮਹਾਰਾਜਾ ਰਣਜੀਤ ਸਿੰਘ, ਪਰ ਉਹ ਮੌਜੂਦਾ ਜ਼ਮਾਨੇ ਦੇ ਲਿਖਾਂ ਤਲੀਮ ਯਾਫਤਾ ਲੋਕਾਂ ਦੇ ਨਾਲ ਵੱਧ ਦਾਨਾ, ਜ਼ਿਆਦਾ ਦੂਰਅੰਦੇਸ਼ ਸੀ ਤੇ ਬਹੁਤ ਜ਼ਿਆਦਾ ਮੁਤਬਰ ਸੀ, ਬੜਾ ਸਮਝਦਾਰ ਸੀ। ਉਹਨਾਂ ਨੇ ਉਸ ਜ਼ਮਾਨੇ ਵਿੱਚ ਜਦੋਂ ਹਿੰਦੁਸਤਾਨ ਧਾੜੀਆਂ ਦੇ ਪੈਰ ਹੇਠ ਰੋਂਦਿਆ ਜਾ ਰਿਹਾ ਸੀ, ਹਿੰਦੁਸਤਾਨ ਗੈਰ ਮੁਲਕੀਆਂ ਨੇ ਉਹਨਾਂ ਨੂੰ ਰੰਗ ਰਲੀਆਂ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਜਦੋਂ ਹਿੰਦੁਸਤਾਨ ਆਪਣੀ ਗੈਰਤ, ਆਪਣੀ ਇੱਜ਼ਤ, ਆਪਣੀ ਜਵਾਂ ਮਰਦੀ ਤੇ ਆਪਣਾ ਸਭ ਕੁਝ ਗੈਰਾਂ ਦੇ ਹੱਥ ਸੌਂਪ ਚੁੱਕਾ ਸੀ, ਠੀਕ ਉਸ ਵਕਤ ਪੰਜਾਬ ਦੇ ਸੱਚੇ ਸੁਪੁੱਤਰ ਰਣਜੀਤ ਸਿੰਘ ਨੇ ਅਮਲੀ ਤੌਰ ਤੇ ਦੱਸ ਦਿੱਤਾ ਸੀ ਕਿ ਇਸ ਗੁਜ਼ਰੀ ਹਾਲਤ ਵਿੱਚ ਵੀ ਪੰਜਾਬ ਤੇ ਹਿੰਦੁਸਤਾਨ ਆਪਣਾ ਇੰਤਜ਼ਾਮ ਖੁਦ ਕਰ ਸਕਦਾ ਹੈ। ਜਿਤਨਾ ਅਮਨ ਅਮਾਨ ਮਹਾਰਾਜੇ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਸੀ, ਪੰਜਾਬ ਨੂੰ ਅੱਜ ਤੱਕ ਦੇਖਣ ਚ ਨਸੀਬ ਨਹੀਂ ਸੀ ਹੋਇਆ। ਹਾਂ, ਕੁਝ ਗਲਤੀਆਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਵੀ ਹੋਈਆਂ, ਜਿਵੇਂ ਡੋਗਰਿਆਂ ਤੇ ਬ੍ਰਾਹਮਣਾਂ ਤੇ ਅੰਧ ਵਿਸ਼ਵਾਸ, ਅੰਨਾ ਵਿਸ਼ਵਾਸ ਸੀ ਡੋਗਰਿਆਂ ਦੇ ਉੱਤੇ ਤੇ ਬ੍ਰਾਹਮਣਾਂ ਦੇ ਉੱਪਰ। ਗੈਰ ਸਿੱਖਾਂ ਦੇ ਹੱਥ ਦੇ ਵਿੱਚ ਅਥਾਹ ਤਾਕਤ ਦੇ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ। ਇੱਕ ਪੁਰਖੀ ਰਾਜ ਦੀ ਸਥਾਪਨਾ ਕਰਨੀ ਸੀ, ਆਪਣੇ ਜਾਨਸ਼ੀਨ ਦੀ ਗਲਤ ਚੋਣ ਕੀਤੀ ਮਹਾਰਾਜੇ ਨੇ, ਪਰ ਸੀ ਤਾਂ ਉਹ ਵੀ ਇਨਸਾਨ। ਕਹਿੰਦੇ ਇੱਕ ਵਾਰੀ ਇੱਕ ਇਤਿਹਾਸਕਾਰਾਂ ਦੀ ਸਭਾ ਹੋਈ, ਕੋਈ ਰਣਜੀਤ ਸਿੰਘ ਨੂੰ ਅਲੜ, ਕੋਈ ਨਲਾਇਕ ਤੇ ਕੋਈ ਨਿਕੰਮਾ ਕਹਿ ਰਿਹਾ ਸੀ। ਬੜੀ ਦੇਰ ਸੁਣਨ ਤੋਂ ਬਾਅਦ ਇੱਕ ਬਜ਼ੁਰਗ ਉੱਠਿਆ ਤੇ ਉਹਨੇ ਭਰੀ ਸਭਾ ਦੇ ਵਿੱਚ ਕਿਹਾ ਕਿ ਚਲੋ ਤੁਹਾਡੀ ਗੱਲ ਅਸੀਂ ਮੰਨ ਲੈਂਦੇ ਹਾਂ ਕਿ ਮਹਾਰਾਜਾ ਰਣਜੀਤ ਇੱਕ ਅਲੜ ਸੀ, ਇੱਕ ਨਲਾਇਕ ਤੇ ਨਿਕੰਮਾ ਸੀ, ਪਰ ਇਹੋ ਜਿਹਾ ਅਲੜ, ਨਲਾਇਕ ਤੇ ਨਿਕੰਮਾ ਰਣਜੀਤ ਸਿੰਘ ਜੇ ਕਿਤੇ ਹੋਰ ਪੈਦਾ ਕਰ ਦਿਓ ਤਾਂ ਕਿ ਅਸੀਂ ਉਹਦੇ 40 ਸਾਲ ਦੇ ਗੌਰਵਮਈ ਰਾਜ ਦੇ ਵਿੱਚ ਇਤਿਹਾਸ ਨੂੰ ਮੁੜ ਦਰਾ ਸਕੀਏ। ਕਹਿੰਦੇ ਤੁਸੀਂ ਕੋਈ ਪੈਦਾ ਕਰ ਦਿਓ ਐਸਾ ਰਣਜੀਤ ਸਿੰਘ, ਜਿਹਦੇ ਸਮੇਂ ਦੇ ਵਿੱਚ ਅਸੀਂ ਸੁੱਖ ਦਾ ਸਾਹ ਲੈ ਸਕੀਏ। ਸਭਾ ਦੇ ਵਿੱਚ ਸਾਰੇ ਚੁੱਪ ਹੋ ਗਏ ਤੇ ਕਿਸੇ ਦੇ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ। ਅੱਜ ਵੀ ਕਹਿੰਦੇ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਤੇ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਉੱਚੀ ਖੜੀ ਸਮਾਧ ਨੂੰ ਵੇਖ ਕੇ ਉਹਨੂੰ ਸਿੱਖ ਕੌਮ ਦੇ ਸੁਨਹਿਰੀ ਬੀਤੇ ਯੁੱਗ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ। ਮਹਾਰਾਜਾ ਰਣਜੀਤ ਸਿੰਘ ਇੱਕ ਵਿਅਕਤੀ ਵਜੋਂ ਭਾਵੇਂ ਕੁਝ ਅਣਸਿੱਖ ਕਾਰਵਾਈਆਂ ਵੀ ਕਰਦਾ ਰਿਹਾ, ਪਰ ਕੁੱਲ ਮਿਲਾ ਕੇ ਉਹਦਾ ਰਾਜਕਾਜ ਸਮੁੱਚੀ 18ਵੀਂ ਸਦੀ ਦੀ ਖਾਲਸਾ ਬਾਦਸ਼ਾਹ ਦੇ ਸੰਘਰਸ਼ ਦਾ ਸਿਖਰ ਸੀ। ਸਿੱਖ ਰਾਜ ਦੇ ਵਿੱਚ ਚੜ੍ਹਦੀ ਕਲਾ, ਜਿੱਤ, ਉਦਾਰਤਾ, ਖੁਸ਼ਹਾਲੀ, ਉਹ ਸਾਰੇ ਗੁਣ ਉਸ ਸਮੇਂ ਮੌਜੂਦ ਸਨ, ਜਿਨ੍ਹਾਂ ਦਾ ਐਲਾਨ ਸ਼ਾਹੀ ਮੋਹਰ ਰਾਹੀਂ ਕੀਤਾ ਗਿਆ ਸੀ, ਜਿਸ ਮੋਹਰ ਤੇ ਲਿਖਿਆ ਸੀ ਆਪਾਂ ਪਿਛਲੇ ਸਮੇਂ ਤੋਂ ਪੜ੍ਹਦੇ ਰਹੇ ਹਾਂ, ਦੇਗੋ ਤੇਗੋ ਫਤਿਹ, ਉਹ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਸ਼ਾਹੀ ਮੋਹਰ ਜਿਸ ਨਿਸ਼ਾਨੇ ਦਾ ਦੁਹਰਾ ਸੀ, ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕਰਕੇ 14 ਮਈ 1710 ਨੂੰ ਫਤਿਹਗੜ੍ਹ ਦੀ ਧਰਤੀ ਤੇ ਐਲਾਨਿਆ ਸੀ। ਸਾਧ ਸੰਗਤ, ਇਹ ਰਾਜ ਜਿਹੜਾ ਸੀ, ਇਹ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੱਖਾਂ ਮੀਟੀਆਂ, ਉਸ ਸਮੇਂ ਤੋਂ ਬਾਅਦ ਇਹ ਰਾਜ ਜਿਹੜਾ ਢਲਣਾ ਸ਼ੁਰੂ ਹੋ ਗਿਆ। ਉਸ ਸਮੇਂ ਤੋਂ ਬਾਅਦ ਰਣਜੀਤ ਸਿੰਘ ਦਾ ਜਦੋਂ ਰਾਜ ਗਿਆ, ਉਸ ਸਮੇਂ ਤੋਂ ਬਾਅਦ ਸਾਧ ਸੰਗਤ ਕੀ ਹਾਲਾਤ ਹੋਏ ਜਦੋਂ ਮਹਾਰਾਜੇ ਨੇ ਅੱਖਾਂ ਮੀਟੀਆਂ ਨੇ। ਜਦੋਂ ਬਿਮਾਰ ਹੋਇਆ ਮਹਾਰਾਜਾ ਰਣਜੀਤ ਸਿੰਘ, ਉਹਦੇ ਆਖਰੀ ਜਿਹੜੇ ਸ਼ਬਦ ਸਨ ਉਹ ਆਪਾਂ ਜਿਹੜੇ ਆ ਸਾਧ ਸੰਗਤ ਫੇਰ ਇੱਕ ਵਾਰੀ ਵਾਚ ਕੇ ਕੱਲ ਨੂੰ ਇੱਥੋਂ ਹੀ ਅੱਗੇ ਗੱਲ ਸ਼ੁਰੂ ਕਰਾਂਗੇ। ਫਿਰ ਖੜਕ ਸਿੰਘ ਇਹਨਾਂ ਦੀ ਜਗ੍ਹਾ ਦੇ ਉੱਤੇ ਬੈਠਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਕੀ ਹਾਲਾਤ ਬਣਦੇ ਆ, ਕਿਵੇਂ ਸਾਡਾ ਇਹ ਰਾਜ ਜਾਂਦਾ ਹੌਲੀ ਹੌਲੀ, ਕਿਵੇਂ ਧਿਆਨ ਚੰਦ ਡੋਗਰਾ ਤੇ ਗੁਲਾਬ ਸਿੰਘ ਡੋਗਰਾ ਜਿਹੜੇ ਆ ਇਹ ਸਿੱਖਾਂ ਦੇ ਵਿੱਚ ਫੁੱਟ ਪਾਉਂਦੇ ਆ, ਰਾਜਾ ਖੜਕ ਸਿੰਘ ਦਾ ਸਮਾਂ ਆਉਂਦਾ ਹੈ। ਇਹ ਸਾਰੇ ਦਾ ਸਾਰਾ ਇਤਿਹਾਸ ਆਪ ਜੀ ਆਉਣ ਵਾਲੇ ਦਿਨਾਂ 'ਚ ਸਰਵਣ ਕਰੋਗੇ। ਇਹ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਹੋਈਆਂ, ਇਹ ਆਪ ਜੀ ਲੜੀਵਾਰ ਹੁਣ ਕੱਲ ਤੋਂ ਆਪਾਂ ਇਤਿਹਾਸ ਸ਼ੁਰੂ ਕਰਾਂਗੇ, ਜੋ ਮਹਾਰਾਜਾ ਰਣਜੀਤ ਸਿੰਘ ਤੋਂ ਅਗਲਾ ਇਤਿਹਾਸ ਹੈ। ਸੋ ਇੱਥੇ ਹੀ ਸਾਧ ਸੰਗਤ ਕਲਾਸ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।